गुरु की प्यारी साध संगत जी, इस तरह श्री लैणा जी की हर प्रकार की ਪ੍ਰੀਖਿਆ करके गुरु जी ने आप जी ਨੂੰ ਆਪਣੀ ਗੱਦੀ ਦਾ ਯੋਗ ਅਧਿਕਾਰੀ ਜਾਣ ਕੇ ਹਾੜ ਦੇ ਮਹੀਨੇ 5 ਪੈਸੇ ਤੇ ਨਾਰੀਅਲ ਆਪ ਜੀ ਦੇ ਅੱਗੇ ਰੱਖ ਕੇ 3 ਪ੍ਰਕਰਮਾਂ ਕੀਤੀਆਂ ਅਤੇ ਫਿਰ ਪਹਿਲਾਂ ਆਪ ਮੱਥਾ ਟੇਕਿਆ ਅਤੇ ਫਿਰ ਸਾਰੀ ਸੰਗਤ ਤੋਂ ਟਿਕਾਇਆ। ਉਪਰੰਤ ਵਚਨ ਕੀਤਾ ਕਿ ਅੱਜ ਤੋਂ ਇਹਨਾਂ ਨੂੰ ਮੇਰਾ ਹੀ ਰੂਪ ਸਮਝਣਾ। ਜੋ ਇਹਨਾਂ ਨੂੰ ਨਹੀਂ ਮੰਨੇਗਾ ਉਹ ਮੇਰਾ ਸਿੱਖ ਨਹੀਂ ਹੈ। ਗੁਰੂ ਜੀ ਦੀ ਆਗਿਆ ਦਾ ਪਾਲਣ ਕਰਕੇ ਸਾਰੇ ਸਿੱਖਾਂ ਨੇ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਮੱਥਾ ਟੇਕ ਦਿੱਤਾ, ਪਰ ਦੋਹਾਂ ਸਾਹਿਬਜ਼ਾਦਿਆਂ ਨੇ ਇਹ ਆ ਕੇ ਮੱਥਾ ਨਾ ਟੇਕਿਆ ਕਿ ਅਸੀਂ ਆਪਣੇ ਇੱਕ ਸੇਵਕ ਨੂੰ ਮੱਥਾ ਟੇਕਦੇ ਚੰਗੇ ਨਹੀਂ ਲੱਗਦੇ। ਜਦ ਗੁਰੂ ਜੀ ਨੇ ਵੇਖਿਆ ਕਿ ਆਪ ਜੀ ਦੇ ਸਾਹਿਬਜ਼ਾਦੇ ਸ੍ਰੀ ਗੁਰੂ ਅੰਗਦ ਦੇਵ ਜੀ ਨਾਲ ਵਿਰੋਧਤਾ ਕਰਦੇ ਹਨ ਤਾਂ ਆਪ ਜੀ ਨੇ ਕਿਹਾ, ਪੁਰਖਾ ਹੁਣ ਤੁਸੀਂ ਆਪਣੇ ਘਰ ਖਡੂਰ ਚਲੇ ਜਾਓ, ਇੱਥੇ ਸਾਡੇ ਸਾਹਿਬਜ਼ਾਦੇ ਤੁਹਾਡੇ ਨਾਲ ਈਰਖਾ ਕਰਨਗੇ। ਆਗਿਆ ਮੰਨ ਕੇ ਸ੍ਰੀ ਗੁਰੂ ਅੰਗਦ ਸਾਹਿਬ ਜੀ ਖਡੂਰ ਆ ਗਏ। ਆਪ ਜੀ ਦੀ ਲਿਵ ਸਦਾ ਹੀ ਗੁਰੂ ਚਰਨਾਂ ਵਿੱਚ ਲੱਗੀ ਰਹਿੰਦੀ ਸੀ ਅਤੇ ਵਿਛੋੜੇ ਕਰਕੇ ਉਦਾਸ ਹੀ ਰਹਿੰਦੇ ਸਨ। ਇਸ ਕਰਕੇ ਆਪ ਜੀ ਆਪਣੀ ਭੂਆ ਪਰਾਈ ਦੇ ਕੋਠੇ ਵਿੱਚ ਇਕਾਂਤ ਵਾਸ ਕਰਕੇ ਬੈਠੇ ਰਹਿੰਦੇ। ਜਦ ਅੱਸੂ ਦੇ ਮਹੀਨੇ ਵਿੱਚ ਗੁਰੂ ਨਾਨਕ ਸਾਹਿਬ ਜੀ ਜੋਤੀ ਜੋਤ ਸਮਾ ਗਏ ਤਾਂ ਸਭ ਸੰਗਤ ਭਾਈ ਬੁੱਢਾ ਜੀ ਨੂੰ ਨਾਲ ਲੈ ਕੇ ਖਡੂਰ ਸਾਹਿਬ ਆਈ। ਬਾਬਾ ਬੁੱਢਾ ਜੀ ਨੇ ਆਪ ਜੀ ਨੂੰ ਮੱਥਾ ਟੇਕ ਕੇ ਬੜੇ ਦੁੱਖ ਨਾਲ ਕਿਹਾ ਕਿ ਗੁਰੂ ਬਾਬਾ ਜੀ ਜੋਤੀ ਜੋਤ ਸਮਾ ਗਏ ਹਨ, ਆਪ ਬਾਹਰ ਬੈਠ ਕੇ ਸੰਗਤਾਂ ਨੂੰ ਦਰਸ਼ਨ ਉਪਦੇਸ਼ ਦਿਓ। ਸੰਗਤਾਂ ਗੁਰੂ ਦਰਸ਼ਨਾਂ ਤੋਂ ਬਿਨਾ ਵਿਹਵਲ ਹੋ ਰਹੀਆਂ ਹਨ। ਬੁੱਢਾ ਜੀ ਪਾਸੋਂ ਗੁਰੂ ਜੀ ਦੇ ਸੱਚਖੰਡ ਧਿਆਣੇ ਦੀ ਖਬਰ ਸੁਣ ਕੇ ਆਪ ਜੀ ਦੇ ਨੇਤਰਾਂ ਵਿੱਚ ਜਲ ਆ ਗਿਆ ਅਤੇ ਵਚਨ ਕੀਤਾ। ਗੁਰੂ ਜੀ ਪੈਰ ਰਾਤ ਰਹਿੰਦੀ ਉੱਠ ਕੇ ਸੋਚ ਕਰਕੇ ਹੱਥ ਪੈਰ ਪਾਣੀ ਨਾਲ ਧੋ ਕੇ ਫਿਰ ਦਾਤਨ ਕਰਦੇ ਸਨ। ਉਪਰੰਤ ਠੰਡੇ ਸਾਫ਼ ਜਲ ਨਾਲ ਇਸ਼ਨਾਨ ਕਰਕੇ ਨਿਰਵਿਕਲਪ ਸਮਾਧੀ ਵਿੱਚ ਲੀਨ ਹੋ ਜਾਂਦੇ ਸਨ। ਸੂਰਜ ਚੜ੍ਹੇ ਸੰਗਤ ਵਿੱਚ ਬੈਠ ਕੇ ਰਵਾਬੀਆਂ ਪਾਸੋਂ ਕੀਰਤਨ ਸੁਣਦੇ ਸਨ। ਇਸ ਪਾਸਿਓਂ ਜਦ ਗੁਰੂ ਜੀ ਆਪਣੀ ਸਮਾਧੀ ਤੋਂ ਉੱਠ ਕੇ ਬਾਹਰ ਆਉਂਦੇ ਸਨ ਤਾਂ ਜਿਸ ਰੋਗੀ ਸੋਗੀ ਉੱਤੇ ਆਪ ਜੀ ਦੀ ਨਿਗਾਹ ਪੈ ਜਾਂਦੀ ਸੀ ਉਸ ਦਾ ਹੀ ਦੁੱਖ ਦੂਰ ਹੋ ਜਾਂਦਾ ਸੀ। ਉਪਰੰਤ ਸੰਗਤ ਨੂੰ ਉਪਦੇਸ਼ ਦਿੰਦੇ ਸਨ ਅਤੇ ਗੁਰੂ ਬਾਬਾ ਜੀ ਦੇ ਪਵਿੱਤਰ ਚਰਿਤਰਾਂ ਨੂੰ ਭਾਈ ਬਾਲੇ ਪਾਸੋਂ ਸੁਣ ਕੇ ਲਿਖਵਾਉਂਦੇ ਸਨ। ਆਪ ਜੀ ਨੂੰ ਜੋ ਕੁਝ ਸੰਗਤ ਵੱਲੋਂ ਮਾਇਆ ਆਦਿ ਭੇਟਾ ਹੁੰਦੀ ਸੀ ਉਹ ਸਭ ਗਰੀਬਾਂ ਅਨਾਥਾਂ ਵਿੱਚ ਵੰਡ ਦਿੰਦੇ ਸਨ ਅਤੇ ਬਾਕੀ ਜੋ ਕੁਝ ਹੋਵੇ ਉਹ ਲੰਗਰ ਵਿੱਚ ਦੇ ਦਿੰਦੇ ਸਨ। ਲੰਗਰ ਛਕਣ ਸਮੇਂ ਸੰਗਤ ਨਾਲ ਪੰਕਤ ਵਿੱਚ ਬੈਠ ਕੇ ਛਕਦੇ ਸਨ। ਆਪ ਜੀ ਦੇ ਲੰਗਰ ਵਿੱਚ ਸਦਾ ਹੀ ਘਿਓ ਵਾਲੀ ਖੀਰ ਬਣਦੀ ਸੀ। ਦੌਲਤ ਜੋ ਭੇਟਾ ਹੁੰਦੀ ਸੀ ਅਤੇ ਲੰਗਰ ਗੁਰੂ ਕਾ ਜੋ ਤਿਆਰ ਹੁੰਦਾ ਸੀ ਉਹ ਲੋੜਵੰਦਾਂ ਨੂੰ ਹੀ ਵੰਡ ਦਿੰਦੇ ਸਨ ਅਤੇ ਆਪਣੇ ਪਾਸ ਬਹੁਤ ਥੋੜਾ ਹੀ ਨਿਰਵਾਹ ਮੰਤਰ ਰੱਖਦੇ ਸਨ। ਆਪ ਜੀ ਆਪਣੇ ਪਾਸ ਨਾ ਮਾਇਆ ਜਮਾ ਰੱਖਦੇ ਸਨ ਅਤੇ ਨਾ ਕਿਸੇ ਨੂੰ ਦੁੱਖ ਸੁੱਖ ਦੀ ਗੱਲ ਹੋਣ ਦਿੰਦੇ ਸਨ। ਬੈਰੀ ਮਿੱਤਰ ਨੂੰ ਇੱਕ ਸਾਰ ਜਾਣਦੇ ਸਨ। ਪ੍ਰਸ਼ਾਦ ਛਕ ਕੇ ਆਪ ਜੀ ਕੁਝ ਸਮਾਂ ਵਿਸ਼ਰਾਮ ਕਰਕੇ ਤੀਸਰੇ ਪਹਿਰ ਪਿੰਡ ਦੇ ਛੋਟੇ ਬਾਲਕਾਂ ਨੂੰ ਇਕੱਠੇ ਕਰਕੇ ਉਹਨਾਂ ਦੀਆਂ ਬੜੀਆਂ ਪ੍ਰਸੰਨਤਾ ਨਾਲ ਖੇਡਾਂ ਅਤੇ ਕੁਸ਼ਤੀਆਂ ਵੇਖਦੇ ਸਨ। ਇਹ ਅਸਥਾਨ ਖਡੂਰ ਸਾਹਿਬ ਵਿੱਚ ਮੱਲ ਅਖਾੜਾ ਦੇ ਨਾਮ ਨਾਲ ਪ੍ਰਸਿੱਧ ਹੈ। ਪਿਛਲੇ ਪਹਿਰ ਆਪ ਜੀ ਦਾ ਦੀਵਾਨ ਸਜਦਾ ਸੀ ਜਿਸ ਵਿੱਚ ਰਬਾਬੀ ਕੀਰਤਨ ਕਰਦੇ ਸਨ। ਸੰਧਿਆ ਸਮੇਂ ਆਪਣਾ ਸੰਧਿਆ ਦਾ ਨੇਮ ਕਰਕੇ ਪ੍ਰਸ਼ਾਦ ਛਕ ਕੇ ਰਾਤ ਸਮੇਂ ਬਿਰਾਜ ਜਾਂਦੇ ਸਨ। ਸ੍ਰੀ ਅਮਰਦਾਸ ਜੀ ਪੱਲੇ ਖੱਤਰੀ ਵਾਸਰ ਕੇ ਪਿੰਡ ਵਿੱਚ ਕਿਰਾਨੇ ਦੀ ਦੁਕਾਨ ਕਰਦੇ ਸਨ। ਇੱਕ ਦਿਨ ਆਪ ਜੀ ਨੂੰ ਸ੍ਰੀ ਗੁਰੂ ਅੰਗਦ ਸਾਹਿਬ ਜੀ ਦੀ ਸਪੁੱਤਰੀ ਬੀਬੀ ਅਮਰੋ ਜੋ ਵਾਸਰ ਕੇ ਵਿਆਹੀ ਹੋਈ ਸੀ
ਪਾਸੋਂ ਕੁਝ ਗੁਰਬਾਣੀ ਦੀਆਂ ਤੁਕਾਂ ਸੁਣ ਕੇ ਗੁਰੂ ਦਰਸ਼ਨ ਦੀ ਇੱਛਾ ਹੋ ਗਈ। ਆਪ ਜੀ ਬੀਬੀ ਜੀ ਨੂੰ ਨਾਲ ਲੈ ਕੇ ਖਡੂਰ ਸਾਹਿਬ ਆ ਗਏ ਅਤੇ ਗੁਰੂ ਜੀ ਦੇ ਦਰਸ਼ਨ ਕਰਕੇ ਉੱਥੇ ਹੀ ਉਹਨਾਂ ਦੀ ਸੇਵਾ ਵਿੱਚ ਲੱਗ ਗਏ। ਆਪ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਨੂੰ ਜੋ ਕਈ ਬੋਲੀਆਂ ਦੇ ਅੱਖਰਾਂ ਵਿੱਚ ਲਿਖੀ ਹੋਈ ਸੀ, ਭਾਈ ਵਾਲੇ ਪਾਸੋਂ ਸੁਣ ਕੇ ਸੁਲਤਾਨਪੁਰ ਵਸਨੀਕ ਭਾਈ ਭੈੜੇ ਮੁੱਖ ਖੱਤਰੀ ਪਾਸੋਂ ਗੁਰਮੁਖੀ ਅੱਖਰਾਂ ਵਿੱਚ ਲਿਖਵਾਈ। ਇਸ ਗੱਲ ਤੋਂ ਇਹ ਪ੍ਰਸਿੱਧ ਹੈ ਕਿ ਗੁਰਮੁਖੀ ਅੱਖਰ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਹੀ ਪ੍ਰਲੰਚਨਿਤ ਕੀਤੇ ਸਨ। ਹਾੜ ਦੇ ਮਹੀਨੇ ਵਿੱਚ ਸ਼ੇਰ ਸ਼ਾਹ ਸਸਰਾਮ ਦੇ ਹਾਕਮ ਪਾਸੋਂ ਕਨੌਜ ਦੇ ਯੁੱਧ ਵਿੱਚ ਦਿੱਲੀ ਦਾ ਪਾਤਸ਼ਾਹ ਹਮਾਜੂ ਹਾਰ ਕੇ ਭੱਜਿਆ ਹੋਇਆ ਗੁਰੂ ਘਰ ਦੀ ਮਹਿਮਾ ਸੁਣ ਕੇ ਪਾਤਸ਼ਾਹੀ ਦਾ ਵਰਦਾਨ ਲੈਣ ਵਾਸਤੇ ਗੁਰੂ ਜੀ ਪਾਸ ਖਡੂਰ ਸਾਹਿਬ ਆਇਆ। ਗੁਰੂ ਜੀ ਆਪਣੀ ਸਮਾਧੀ ਵਿੱਚ ਲੀਨ ਬੈਠੇ ਹੋਏ ਸਨ ਕਿ ਹਮਾਜੂ ਆਪ ਜੀ ਦੇ ਸਾਹਮਣੇ ਆਣ ਕੇ ਖੜਾ ਹੋ ਗਿਆ। ਜਦ 5-10 ਮਿੰਟ ਖੜੇ ਨੂੰ ਹੋ ਗਏ ਤਾਂ ਇਸ ਨੇ ਇਹ ਸਮਝ ਕੇ ਕਿ ਮੈਂ ਮੁਲਕ ਦਾ ਬਾਦਸ਼ਾਹ ਹਾਂ, ਇਹਨਾਂ ਨੇ ਮੇਰਾ ਕੋਈ ਸਤਿਕਾਰ ਨਹੀਂ ਕੀਤਾ। ਇਸ ਨੂੰ ਆਪਣੀ ਹੱਤਕ ਸਮਝ ਕੇ ਇਸ ਨੇ ਗੁਰੂ ਜੀ ਨੂੰ ਕਤਲ ਕਰਨ ਦੇ ਇਰਾਦੇ ਨਾਲ ਮਿਆਨ ਵਿੱਚੋਂ ਆਪਣੀ ਤਲਵਾਰ ਕੱਢ ਲਈ ਅਤੇ ਜਦ ਗੁਰੂ ਜੀ ਉੱਤੇ ਵਾਰ ਕਰਨ ਵਾਸਤੇ ਤਿਆਰ ਹੋਇਆ ਤਦ ਗੁਰੂ ਜੀ ਨੇ ਇਸ ਵੱਲ ਵੇਖ ਕੇ ਕਿਹਾ, ਪਾਤਸ਼ਾਹ ਸ਼ੇਰੇ ਸ਼ਾਹ ਦੇ ਸਾਹਮਣੇ ਜੰਗ ਵਿੱਚ ਜਿੱਥੇ ਇਹ ਤਲਵਾਰ ਤੂੰ ਚਲਾਉਣੀ ਸੀ ਉੱਥੇ ਤਾਂ ਚਲਾਈ ਨਹੀਂ ਅਤੇ ਹੁਣ ਫਕੀਰਾਂ ਉੱਤੇ ਚਲਾਉਣ ਲੱਗਾ ਹੈ। ਗੁਰੂ ਜੀ ਦੇ ਇਹਨਾਂ ਸ਼ਬਦਾਂ ਨੇ ਹਮਾਜੂ ਦੇ ਮਨ ਤੇ ਬਹੁਤ ਅਸਰ ਕੀਤਾ। ਉਸ ਨੇ ਗੁਰੂ ਜੀ ਦੇ ਚਰਨ ਫੜ ਲਏ ਅਤੇ ਖਿਮਾ ਮੰਗੀ। ਗੁਰੂ ਜੀ ਨੇ ਕਿਹਾ, ਜੇਕਰ ਤੂੰ ਸਾਡੇ ਉੱਤੇ ਤਲਵਾਰ ਮਿਆਨ ਚੋਂ ਨਾ ਕੱਢਦਾ ਤਾਂ ਤੇਰਾ ਰਾਜ ਤੈਨੂੰ ਸਿੰਗਰ ਹੀ ਮਿਲ ਜਾਣਾ ਸੀ, ਪਰ ਤੂੰ ਪਾਤਸ਼ਾਹੀ ਦੇ ਹੰਕਾਰ ਕਰਕੇ ਗੁਰੂ ਘਰ ਦੀ ਨਿਦਾਰਗੀ ਕੀਤੀ ਹੈ। ਇਸ ਕਰਕੇ ਹੁਣ 12 ਸਾਲਾਂ ਪਿੱਛੋਂ ਤੈਨੂੰ ਦਿੱਲੀ ਦੇ ਤਖਤ ਦੀ ਬਾਦਸ਼ਾਹੀ ਮਿਲੇਗੀ। ਇਤਨਾ ਬਚਨ ਲੈ ਕੇ ਹਮਾਜੂ ਨਮਸਕਾਰ ਕਰਕੇ ਲਾਹੌਰ ਨੂੰ ਚਲਿਆ ਗਿਆ ਤੇ ਉੱਥੋਂ ਕਾਬਲ ਪਹੁੰਚ ਗਿਆ।